बोले सोने हाल सासरी अकाल। दीनन की तत्काल करे नित, संत बारगनी मन गारै। कश कश नग नाग नराधप, सर्व समय सबको प्रतपारै। उक्त है जल में थल में, फल में कल के नहीं कर्म विचारै। दीन दयाल दया निध, दोखन देखत है हर देत न हारै। वाहिगुरु जी का खालसा, वाहिगुरु जी की फतेह। पतित पावन भगत वत्सल, करुणा निधान, जुगो जुग अटल। गरीब निवाज धन धन सतगुरु श्री गुरु ग्रंथ साहिब जी दी पावन पवित्र हजूरी अंदर विराजमान गुरु रूप प्यारी साध संगत जीओ। संत बाबा सेवा सिंह जी खडूर साहब वाले, इन्हां महापुरुषां वल्लों समुचे जथे वल्लों ਆਪ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਗੁਰਮੁਖ ਸਿੰਘ ਜੀ, ਸੰਤ ਬਾਬਾ ਸਾਧੂ ਸਿੰਘ ਜੀ, ਸੰਤ ਬਾਬਾ ਝੰਡਾ ਸਿੰਘ ਜੀ, ਸੰਤ ਬਾਬਾ ਉੱਤਮ ਸਿੰਘ ਜੀ ਅਤੇ ਹੋਰ ਮਹਾਂਪੁਰਸ਼ਾਂ ਦੀ ਬਰਸੀ ਨੂੰ ਮਨਾਉਂਦਿਆਂ ਹੋਇਆਂ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਦਸ ਤੋਂ ਪਹਿਲਾਂ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਭਾਈ ਸਾਹਿਬ ਜੀ ਵੱਲੋਂ ਆਪ ਜੀ ਦੇ ਨਾਲ ਭਾਵਪੂਰਤ ਬਚਨਾਂ ਦੇ ਰਾਹੀਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਭੱਟ ਸਾਹਿਬਾਨਾਂ ਦੇ ਬਚਨ ਹਨ। ਅਮੇ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਵਨਿਧ ਦਰਿਆਉ, ਜਨਮ ਹਮ ਕਾਲਖ ਧੋਵੈ। ਸੁਕਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਐਸੇ ਦੀਨ ਦਿਆਲ ਮਹਿਮਾ ਦੇ ਮਾਲਕ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ 'ਤੇ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਬਹੁਤ ਸਾਰੇ ਸਿੱਧ, ਬਹੁਤ ਸਾਰੇ ਜੋਗੀ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਕੱਠੇ ਹੋ ਕੇ ਆਏ। ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਡੇ ਕੋਲ ਐਸੀ ਕਿਹੜੀ ਸ਼ਕਤੀ ਹੈ? ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਾਰੇ ਚੱਕਾਂ ਨੂੰ ਨਿਭਾਇਆ ਹੈ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ।
ਸਾਰੇ ਜਗਤ ਦੇ ਅਵਤਾਰੀ ਪੁਰਸ਼ ਉਹਨਾਂ ਦੇ ਚਰਨਾਂ ਦੇ ਵਿੱਚ ਝੁਕੇ ਹਨ, ਪਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਏਕ ਨੇਹੀ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੈ। ਕਹਿੰਦੇ ਮੇਰੇ ਕੋਲ ਕੋਈ ਸਮਰੱਥਾ ਨਹੀਂ ਹੈ, ਮੇਰੇ ਕੋਲ ਕੋਈ ਤਾਕਤ ਨਹੀਂ, ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲਾਂ ਵੀ ਇਸ ਧਰਤੀ ਤੇ ਆਏ ਸਨ। ਮਾਤਾ ਭਰਾਈ ਜੀ ਨੇ ਦਰਸ਼ਨ ਕੀਤੇ ਸਨ। ਕੁਝ ਸਮਾਂ ਰਹਿਣ ਵਾਸਤੇ ਬੇਨਤੀ ਕੀਤੀ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਸਮਾਂ ਆਵੇਗਾ ਅਸੀਂ ਤੁਹਾਡੇ ਕੋਲ ਲੰਬਾ ਸਮਾਂ ਨਿਵਾਸ ਰੱਖਾਂਗੇ। ਉਹੀ ਦੂਸਰੇ ਸਰੂਪ ਦੇ ਵਿੱਚ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਰੂਪ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਲੰਬਾ ਸਮਾਂ ਨਿਵਾਸ ਰੱਖਿਆ। ਭਾਵੇਂ ਪਹਿਲਾਂ ਵੀ ਇੱਥੇ ਲੋਕ ਰਹਿ ਰਹੇ ਸਨ, ਪਰ ਰਹਿਣ ਦੇ ਵਿੱਚ ਅਤੇ ਵਸਣ ਦੇ ਵਿੱਚ ਬਹੁਤ ਅੰਤਰ ਹੁੰਦਾ ਹੈ। ਤਾਂ ਪਾਵਨ ਗੁਰਬਾਣੀ ਦੇ ਬਚਨ ਹਨ, ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ। ਜਿਹੜੇ ਵੈਸੇ ਹੀ ਲੋਕ ਰਹਿ ਰਹੇ ਸਨ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਸਾਉਣਾ ਕੀਤਾ, ਉਹਨਾਂ ਨੂੰ ਸੇਵਾ ਸਿਮਰਨ ਦੇ ਨਾਲ ਜੋੜਿਆ, ਭਗਤੀ ਮਾਰਗ ਦੇ ਉੱਪਰ ਤੋਰਿਆ। ਭਾਈ ਸਾਹਿਬ ਜੀ ਭਾਈ ਪਾਰੋ ਜੀ ਦੇ ਸੰਬੰਧ ਦੇ ਵਿੱਚ ਦਰਸਾ ਕੇ ਗਏ ਹਨ ਕਿ ਕਿਸ ਤਰ੍ਹਾਂ ਉਹਨਾਂ ਨੇ ਆ ਕੇ ਬੇਨਤੀ ਕੀਤੀ ਸੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਵੀ ਪਰਮਹੰਸ ਦੇ ਦਰਸ਼ਨ ਕਰਾਓ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਹ ਕਥਾ ਲਿਖਦਿਆਂ ਹੋਇਆਂ ਉੱਥੇ ਬਚਨ ਲਿਖੇ ਹਨ, ਕਾਹਦੇ ਸਾਹੇ ਜੇ ਆਪ ਨਾ ਵਿਆਹੇ। ਮਹਾਰਾਜ ਆਖਣ ਲੱਗੇ ਦਰਸ਼ਨ ਕਰਕੇ ਕੀ ਕਰੋਗੇ, ਅਸੀਂ ਤੁਹਾਨੂੰ ਹੀ ਪਰਮਹੰਸ ਬਣਾ ਦਿੰਦੇ ਹਾਂ। ਜਿਹੜੀ ਭਾਵਨਾ ਦੇ ਨਾਲ ਕੋਈ ਗੁਰੂ ਘਰ ਦੇ ਵਿੱਚ ਆਉਂਦਾ ਹੈ, ਸਤਿਗੁਰ ਦੇ ਘਰ ਦੇ ਵਿੱਚੋਂ, ਉਹੀ ਉਹਦੀ ਭਾਵਨਾ ਪੂਰੀ ਹੁੰਦੀ ਹੈ। ਬਸ ਫਰਕ ਇੰਨਾ ਹੁੰਦਾ ਹੈ ਵੀ ਪਹਿਲਾਂ ਆਉਂਦਿਆਂ ਸਾਰ ਉਹਦੇ ਉੱਪਰ ਬੀਜ ਰੂਪ ਦੇ ਵਿੱਚ ਬਖਸ਼ਿਸ਼ ਹੋ ਜਾਂਦੀ ਹੈ, ਬਾਅਦ ਦੇ ਵਿੱਚ ਫਲਦੀ ਫੁੱਲਦੀ ਹੈ, ਜੇਕਰ ਉਹ ਭਰੋਸੇ ਦੇ ਨਾਲ ਟਿਕਿਆ ਰਹੇ, ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਬਿਬਦ ਕਰੇ ਬਿਰਖਾ ਵਿਸਥਾਰ ਜੀ। ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ, ਜਾਨੀਐ ਮਹਾਤਮ ਗਏ ਹੀ ਹਰ ਦੁਆਰ ਜੀ। ਬੋੜ ਦਾ ਬੀਜ ਤਾਂ ਛੋਟਾ ਜਿਹਾ ਹੀ ਹੁੰਦਾ ਹੈ, ਪਰ ਇੱਕ ਦਿਨ ਬਹੁਤ ਵੱਡਾ ਰੁੱਖ ਬਣ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਜਦ ਆਪਾਂ ਆਉਨੇ ਆ, ਬੀਜ ਮਾਤਰ ਬਖਸ਼ਿਸ਼ ਉਸੇ ਵਕਤ ਹੀ ਹੋ ਜਾਂਦੀ ਹੈ। ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉਸ ਬਖਸ਼ਿਸ਼ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਮਹਾਰਾਜ ਜੀ ਨੇ ਨਦਰੀ ਨਦਰ ਨਿਹਾਲ ਕੀਤਾ। ਦੂਰ ਦੁਰੇਡੇ ਤੋਂ ਬਹੁਤ ਸਾਰੇ ਪ੍ਰੇਮੀ ਮਹਾਰਾਜ ਦੇ ਚਰਨਾਂ ਦੇ ਵਿੱਚ ਆਉਂਦੇ ਰਹੇ ਹਨ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਜੀਵਨ ਦਾਨ ਦਿੰਦੇ ਰਹੇ ਹਨ। ਜਿਸ ਤਰ੍ਹਾਂ ਇਤਿਹਾਸਕਾਰਾਂ ਨੇ ਗੁੱਜਰ ਲੁਹਾਰ ਦਾ ਜ਼ਿਕਰ ਕੀਤਾ ਹੈ, ਜੋ ਫਤਿਆਬਾਦ ਦੇ ਰਹਿਣ ਵਾਲੇ ਸਨ, ਉਹਨਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਕਿ ਮੇਰੀ ਕਲਿਆਣ ਹੋ ਜਾਵੇ। ਮਹਾਰਾਜ ਆਖਣ ਲੱਗੇ ਵੀ ਕਿਰਤ ਨੂੰ ਤਿਆਗਣ ਦੀ ਜ਼ਰੂਰਤ ਨਹੀਂ ਹੈ, ਕਿਰਤ ਵੀ ਕਰਨੀ ਹੈ ਅਤੇ ਕੀਰਤੀ ਵੀ ਕਰਨੀ ਹੈ। ਜੀਵਨ ਦੇ ਵਿੱਚ ਕੁਝ ਅਸੂਲ ਬਣਾਉਣੇ ਹਨ। ਉਹ ਲੋਹੇ ਦਾ ਕੰਮ, ਲੁਹਾਰ ਦਾ ਕੰਮ ਕਰਿਆ ਕਰਦੇ ਸਨ ਗੁੱਜਰ ਲੁਹਾਰ ਜੀ।
ਮਹਾਰਾਜ ਜੀ ਆਖਣ ਲੱਗੇ, ਨਾਲੇ ਤਾਂ ਗੁਰ ਮੰਤਰ ਮੂਲ ਮੰਤਰ ਦਾ ਅਭਿਆਸ ਕਰਨਾ, ਜਪਜੀ ਸਾਹਿਬ ਦਾ ਪਾਠ ਕਰਨਾ, ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਗੁਰ ਮੰਤਰ ਦਾ ਅਭਿਆਸ ਕਰੀ ਚੱਲਣਾ ਹੈ, ਕਰੀ ਚੱਲਣਾ ਹੈ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਗੁਰਸਿੱਖ ਨੂੰ ਹੋਰ ਕੀ ਕੰਮ ਹੈ? ਸਾਹ ਆਪਣੇ ਆਪ ਚੱਲਦੇ ਹਨ। ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹੁੰਦੇ ਹਨ, ਉਹਨਾਂ ਦਾ ਸਿਮਰਨ ਵੀ ਆਪਣੇ ਆਪ ਚੱਲਦਾ ਰਹਿੰਦਾ ਹੈ। ਜਿਨ੍ਹਾਂ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਇਹਨਾਂ ਨੇ ਇਹ ਅਸੂਲਾਂ ਨੂੰ ਧਾਰਨ ਕੀਤਾ। ਮਹਾਰਾਜ ਜੀ ਨੇ ਬਚਨ ਕੀਤਾ ਸੀ, ਕੋਈ ਅਪੰਗ ਆਵੇ, ਕੋਈ ਲੋੜਵੰਦ ਆਵੇ, ਕੋਈ ਅੰਗਹੀਣ ਹੋਵੇ, ਜਾਂ ਫਿਰ ਕੋਈ ਸਾਧੂ ਮਹਾਤਮਾ ਹੋਵੇ, ਉਹਦਾ ਕੰਮ ਫ੍ਰੀ ਕਰ ਦੇਣਾ ਹੈ, ਉਹਦੇ ਕੋਲੋਂ ਪੈਸੇ ਨਹੀਂ ਲੈਣੇ ਹਨ। ਪੈਸੇ ਲੈਣ ਵਾਸਤੇ ਹੋਰ ਬਥੇਰੀਆਂ ਥਾਵਾਂ ਹੁੰਦੀਆਂ ਹਨ। ਸਾਧ ਸੰਗਤ ਜੀ ਇਹਨਾਂ ਦੇ ਪਾਸ ਆਏ ਸਨ। ਗੁਰਸਿੱਖ ਜਿਨ੍ਹਾਂ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਗਿਆ ਸੀ, ਪੈਰਾਂ ਦੇ ਵਿੱਚ ਬੇੜੀਆਂ ਸਨ, ਹੱਥਾਂ ਦੇ ਵਿੱਚ ਹੱਥ ਕੜੀਆਂ ਸਨ। ਗੁੱਜਰ ਲੋਹਾਰ ਜੀ ਨੇ ਸਤਿਗੁਰੂ ਜੀ ਦਾ ਬਚਨ ਸੰਭਾਲਦਿਆਂ ਹੋਇਆਂ ਉਹਨਾਂ ਦੀਆਂ ਬੇੜੀਆਂ ਅਤੇ ਹੱਥ ਕੜੀਆਂ ਜਿਹੜੀਆਂ ਸਨ ਕੱਟ ਦਿੱਤੀਆਂ। ਜਿਸ ਵਕਤ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਚੱਲਿਆ ਵੀ ਇਹਨਾਂ ਨੇ ਮੇਰੇ ਗੁਰਸਿੱਖਾਂ ਦੀਆਂ ਬੇੜੀਆਂ ਕੱਟੀਆਂ ਹਨ, ਆਪਣੀ ਰਸਨਾ ਤੋਂ ਬਚਨ ਕੀਤਾ ਵੀ ਜਿਹੜੇ ਗੁਰਸਿੱਖ ਨੇ ਮੇਰੇ ਗੁਰਸਿੱਖਾਂ ਦੀਆਂ ਬੇੜੀਆਂ ਕੱਟੀਆਂ ਹਨ, ਉਹਨਾਂ ਦੀਆਂ ਜਮਾਂ ਦੀਆਂ ਬੇੜੀਆਂ ਕੱਟੀਆਂ ਗਈਆਂ। ਇਸ ਤਰੀਕੇ ਦੇ ਨਾਲ ਸਤਿਪੁਰਸ਼ਾਂ ਦੇ ਕੋਲ, ਸਤਿਗੁਰਾਂ ਦੇ ਕੋਲ ਜੁਗਤੀਆਂ ਹੁੰਦੀਆਂ ਹਨ। ਕੋਈ ਕਿਸ ਤਰ੍ਹਾਂ ਦੀ ਵੀ ਕਿਰਤ ਕਰਦਾ ਹੈ, ਉਹ ਥੋੜ੍ਹਾ ਸੰਭਲ ਕੇ ਚੱਲੇ ਤਾਂ ਸਾਧ ਸੰਗਤ ਜੀ ਉਸ ਦੀ ਕਲਿਆਣ ਹੋ ਸਕਦੀ ਹੈ। ਇਤਿਹਾਸਕਾਰਾਂ ਨੇ ਧਿੰਗਾ ਨਾਈ ਜੀ ਦਾ ਜ਼ਿਕਰ ਕੀਤਾ ਹੈ। ਮਹਾਰਾਜ ਜੀ ਨੇ ਸੈਣ ਜੀ ਦੀ ਉਦਾਹਰਣ ਦੇ ਕੇ ਉਹਨਾਂ ਨੂੰ ਸਮਝਾਇਆ ਸੀ ਵੀ ਤੁਸੀਂ ਧਨ ਦੇ ਨਾਲ ਨਹੀਂ ਸੇਵਾ ਕਰ ਸਕਦੇ, ਵਸਤਰਾਂ ਦੇ ਨਾਲ ਨਹੀਂ ਕਰ ਸਕਦੇ। ਤੁਹਾਨੂੰ ਪਰਮਾਤਮਾ ਨੇ ਹੱਥ ਤਾਂ ਬੜੇ ਸੋਹਣੇ ਦਿੱਤੇ ਹਨ, ਇਸ ਕਰਕੇ ਥੱਕੀਆਂ ਹੋਈਆਂ ਸੰਗਤਾਂ ਦੀ ਮੁੱਠੀ ਚਾਪੀ ਕਰਿਆ ਕਰੋ। ਉਹਨਾਂ ਦੀ ਉਸੇ ਤਰੀਕੇ ਦੇ ਨਾਲ ਹੀ ਕਲਿਆਣ ਹੋਏ। ਸਾਧ ਸੰਗਤ ਜੀ, ਕਾਰ ਸੇਵਾ ਦੇ ਪੁੰਜ ਸੰਤ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਦੇ ਬਚਨ ਹਨ ਵੀ ਮੈਨੂੰ ਦੋ ਸੰਤਾਂ ਦਾ ਮਿਲਾਪ ਹੋਇਆ, ਇੱਕ ਦਾਨਾ ਅਤੇ ਦੂਸਰਾ ਮਸਤਾਨਾ। ਦਾਨਾ ਤੋਂ ਭਾਵ ਉਹਨਾਂ ਦਾ ਸੰਤ ਬੀਰਮਦਾਸ, ਜੋ ਦਾਨਾ ਤੋਂ ਭਾਵ ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਮਹਾਂਪੁਰਸ਼ ਸਨ, ਅਤੇ ਮਸਤਾਨਾ ਤੋਂ ਭਾਵ ਉਹਨਾਂ ਦਾ ਸੰਤ ਬੀਰਮਦਾਸ ਜੀ ਵਿਸਾਉਂਦੀ ਵਾਲੇ ਸਨ, ਜਿਨ੍ਹਾਂ ਦੀ ਰਹਿਨੁਮਾਈ ਹੇਠ ਇਹਨਾਂ ਮਹਾਂਪੁਰਸ਼ਾਂ ਨੇ ਸਾਧ ਸੰਗਤ ਜੀ ਅੰਮ੍ਰਿਤਸਰ ਤੋਂ ਲੈ ਕੇ ਹਜੂਰ ਸਾਹਿਬ ਤੱਕ ਕਿਤਨੇ ਕੁ ਅਸਥਾਨਾਂ ਦੀਆਂ ਸੇਵਾਵਾਂ ਕਰਵਾਈਆਂ, ਜਿਨ੍ਹਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ ਹੈ। ਸੰਤ ਬਾਬਾ ਸਾਧੂ ਸਿੰਘ ਜੀ, ਸੰਤ ਬਾਬਾ ਦਲੀਪ ਸਿੰਘ ਜੀ, ਇਸ ਤਰ੍ਹਾਂ ਸੰਤ ਬਾਬਾ ਝੰਡਾ ਸਿੰਘ ਜੀ, ਮਹਾਂਪੁਰਸ਼ਾਂ ਦੇ ਗ੍ਰੰਥਾਂ ਦੇ ਵਿੱਚ ਜ਼ਿਕਰ ਕੀਤਾ ਹੈ ਵੀ ਇੱਕ ਸਾਹਿਬੀ ਪੁਸ਼ਾਕ ਹੁੰਦੀ ਹੈ ਅਤੇ ਇੱਕ ਸੇਵਕੀ ਪੁਸ਼ਾਕ ਹੁੰਦੀ ਹੈ। ਜਿਹੜਾ ਸੇਵਾ ਕਰਨ ਵਾਲਾ ਹੈ ਨਾ, ਜਿਹਨੇ ਜੀਵਨ ਦੇ ਵਿੱਚ ਪ੍ਰਣ ਕੀਤਾ ਹੈ ਵੀ ਮੈਂ ਸੇਵਾ ਕਰਨੀ ਹੈ, ਉਹ ਕਹਿੰਦੇ ਸਾਹਿਬੀ ਪੁਸ਼ਾਕ ਨਾ ਪਾਵੇ, ਕਿਉਂਕਿ ਉਹਦੀ ਸੇਵਾ ਦੇ ਵਿੱਚ ਫਿਰ ਰੁਕਾਵਟ ਪੈਂਦੀ ਹੈ। ਹਮੇਸ਼ਾ ਸੇਵਕੀ ਪੁਸ਼ਾਕ ਰੱਖੇ। ਦੇਖੋ, ਆਪਾਂ ਦਰਸ਼ਨ ਕਰਦੇ ਹਾਂ, ਜਿੱਥੇ ਜਿੱਥੇ ਕਾਰ ਸੇਵਾ ਵਾਲੇ ਮਹਾਂਪੁਰਸ਼ ਹੁੰਦੇ ਹਨ, ਆਮ ਤੌਰ 'ਤੇ ਚਿੱਟੇ ਰੰਗ ਦੇ ਜਾਂ ਫਿੱਕੇ ਰੰਗਾਂ ਵਾਲੇ ਵਸਤਰ ਪਾਉਂਦੇ ਹਨ, ਆਮ ਤੌਰ 'ਤੇ ਖੱਦਰ ਆਦਿਕ ਦੇ ਵਸਤਰ ਪਾਉਂਦੇ ਹਨ, ਦਸਤਾਰਾ ਵੀ ਉਸ ਤਰ੍ਹਾਂ ਦਾ ਸਜਾਉਂਦੇ ਹਨ। ਇਹ ਮੁੱਢ ਤੋਂ ਹੀ ਮਹਾਂਪੁਰਸ਼ਾਂ ਦਾ ਜਿਹੜਾ ਹੈ ਨਾ ਜੀਵਨ, ਇਸ ਢੰਗ ਦੇ ਨਾਲ ਢਲਿਆ ਹੋਇਆ ਹੈ। ਹੱਥਾਂ ਦੇ ਨਾਲ ਸੇਵਾ ਕਰਨੀ ਅਤੇ ਰਸਨਾ ਦੇ ਨਾਲ ਸਿਮਰਨ ਕਰਨਾ,
ਜੇ ਪ੍ਰਸ਼ਾਦਾ ਵਰਤਾਉਣਾ, ਸਿੱਧਾ ਨਹੀਂ ਕਹਿਣਾ ਪ੍ਰਸ਼ਾਦਾ, ਪ੍ਰਸ਼ਾਦਾ ਵਾਹਿਗੁਰੂ ਜੀ, ਜਲ ਵਾਹਿਗੁਰੂ ਜੀ, ਨਾਲ ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਕਿਉਂਕਿ ਸਾਧ ਸੰਗਤ ਜੀ ਇਹ ਦੋ ਖੰਭ ਹਨ ਜਿਹੜੇ ਅਭਿਆਸੀ ਦੀ ਸੁਰਤ ਨੂੰ ਗਗਨ ਮੰਡਲਾਂ ਤੱਕ ਲੈ ਜਾਂਦੇ ਹਨ। ਜਿਵੇਂ ਪੰਛੀ ਦੇ ਦੋ ਖੰਭ ਹੁੰਦੇ ਹਨ, ਵਰਨਾ ਸੰਸਾਰੀ ਜੀਵ ਜਿਹੜੇ ਹਨ ਕੇਵਲ ਧਰਤੀ ਦੇ ਨਾਲ ਹੀ ਜੁੜੇ ਰਹਿੰਦੇ ਹਨ। ਜਿਸ ਤਰ੍ਹਾਂ ਆਪਾਂ ਗੇਂਦ ਉੱਪਰ ਨੂੰ ਸੁੱਟਦੇ ਹਾਂ, ਧਰਤੀ ਨੂੰ ਫਿਰ ਹੇਠਾਂ ਖਿੱਚ ਲੈਂਦੀ ਹੈ, ਪਰ ਜਦ ਉੱਪਰਲੀ ਹਵਾ ਦੇ ਵਿੱਚ ਚਲੀ ਜਾਂਦੀ ਹੈ ਫਿਰ ਉਹ ਹੇਠਾਂ ਨਹੀਂ ਆਉਂਦੀ ਹੈ। ਇਸੇ ਤਰ੍ਹਾਂ ਮਹਾਂਪੁਰਸ਼ ਐਸੀ ਉਡਾਰੀ ਮਾਰਦੇ ਹਨ, ਸੰਸਾਰ ਦੇ ਵਿਹਾਰ ਵੀ ਭਾਵੇਂ ਕਰਦੇ ਰਹਿੰਦੇ ਹਨ, ਪਰ ਅਸਲ ਦੇ ਵਿੱਚ ਉਹਨਾਂ ਦੀ ਸੁਰਤ ਗਗਨ ਮੰਡਲਾਂ ਦੇ ਵਿੱਚ ਉਡਾਰੀਆਂ ਮਾਰਨ ਵਾਲੀ ਹੁੰਦੀ ਹੈ। ਸੀਨਾ ਬਸੀਨਾ ਮਹਾਂਪੁਰਸ਼ ਇਹ ਜਿਹੜੀਆਂ ਸੇਵਾਵਾਂ ਹਨ ਨਿਭਾਉਂਦੇ ਆ ਰਹੇ ਹਨ। ਦਾਸ ਨੂੰ ਜਿਤਨਾ ਕੁ ਸਮਾਂ ਮਿਲਿਆ ਹੈ, ਸੰਤ ਬਾਬਾ ਝੰਡਾ ਸਿੰਘ ਜੀ ਨੇ ਤਰਨ ਤਾਰਨ ਸਾਹਿਬ ਜੀ ਦੀ ਸੇਵਾ ਦੇ ਸਮੇਂ ਇਹ ਇੱਕ ਵਾਰੀ ਕਲਾ ਵਰਤਾਈ ਸੀ। ਕਈ ਵਾਰੀ ਸਾਡੇ ਸੰਸਾਰੀ ਜੀਵਾਂ ਦੇ ਮਨ ਦੇ ਵਿੱਚ ਖਿਆਲ ਹੋ ਜਾਂਦਾ ਹੈ ਵੀ ਅਸੀਂ ਇਹਨਾਂ ਨੂੰ ਪੈਸੇ ਦਿੰਦੇ ਆ ਤਾਂ ਹੀ ਕੰਮ ਚੱਲਦੇ ਹਨ, ਪਰ ਅਸਲ ਦੇ ਵਿੱਚ ਮਹਾਂਪੁਰਸ਼ਾਂ ਦੇ ਕੋਲ ਬਰਕਤਾਂ ਜਿਹੜੀਆਂ ਹੁੰਦੀਆਂ ਹਨ ਅਰਸ਼ਾਂ ਕੁਰਸ਼ਾਂ ਤੋਂ ਆਉਂਦੀਆਂ ਹਨ। ਸੰਤ ਕਰਮ ਸਿੰਘ ਜੀ ਨੂੰ ਵੀ ਕਿਹਾ ਸੀ ਇੱਕ ਰਾਜੇ ਨੇ ਵੀ ਤੁਹਾਡੇ ਲੰਗਰ ਕਿਸ ਤਰ੍ਹਾਂ ਚੱਲਦੇ ਹਨ। ਉਹਨਾਂ ਨੇ ਆਖਿਆ ਵੀ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਹਨ ਉਹਨਾਂ ਦੇ ਆਕਾਸ਼ ਦੇ ਵਿੱਚ ਹਲ ਚੱਲਦੇ ਹਨ, ਧਰਤੀ ਤੇ ਨਹੀਂ ਚੱਲਦੇ ਹਨ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਪ੍ਰਸ਼ਾਦਿਆਂ ਦੇ ਇੱਕ ਟੋਕਰੇ ਦੇ ਨਾਲ ਸਾਰੀ ਦਿਹਾੜੀ ਪ੍ਰਸ਼ਾਦਾ ਵਰਤਾਉਂਦੇ ਰਹੇ ਸਨ, ਕਿਸੇ ਗੱਲ ਦੀ ਤੋਟ ਨਹੀਂ ਆਈ ਸੀ। ਖਾਵੇ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਏ। ਬਰਕਤਾਂ ਹੀ ਬਰਕਤਾਂ ਹਨ। ਸੀਨਾ ਬਸੀਨਾ ਮਹਾਂਪੁਰਸ਼ਾਂ ਤੋਂ ਸੰਤ ਬਾਬਾ ਉਤਮ ਸਿੰਘ ਜੀ ਦੇ ਤੋਂ ਵਰਸਾਏ ਹੋਏ ਸੰਤ ਬਾਬਾ ਸੇਵਾ ਸਿੰਘ ਜੀ ਮੌਜੂਦਾ ਮਹਾਂਪੁਰਸ਼ ਸੇਵਾਵਾਂ ਨਿਭਾ ਰਹੇ ਹਨ। ਮਹਾਰਾਜ ਕਿਰਪਾ ਕਰਨ, ਸਿਹਤ ਜਾਬੀ ਬਖਸ਼ਿਸ਼ ਕਰਕੇ ਇਸੇ ਤਰ੍ਹਾਂ ਸੇਵਾਵਾਂ ਜਿਹੜੀਆਂ ਹਨ ਕਰਦੇ ਰਹਿਣ। ਸਾਬਤ ਸੂਰਤ ਹੋਵੋ, ਨਸ਼ਿਆਂ ਦਾ ਤਿਆਗ ਕਰੋ, ਅੰਮ੍ਰਿਤ ਛਕੋ, ਸਿੰਘ ਸੱਜੋ, ਨਾਮ ਬਾਣੀ ਦੇ ਅਭਿਆਸੀ ਬਣੋ, ਤਾਂ ਕਿ ਲੋਕ ਸੁਖੀ ਪਰ ਲੋਕ ਸੁਹੇਲੇ ਹੋਵਣ। ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।